ਸੈਗਮੈਂਟ ਸ਼ੁਰੂ ਕਰਨ ਜਾ ਰਹੇ ਹਾਂ ਜਿਹਦਾ ਨਾਂ ਹੈ ਜੀ ਘਰ ਆਏ ਮਹਿਮਾਨ। ਤੇ ਅੱਜ ਸਾਡੇ ਘਰ ਸਾਡੇ ਸਟੂਡੀਓ 'ਚ ਸਾਡੇ ਨਾਲ ਮਹਿਮਾਨ ਨੇ ਹਰਿੰਦਰ ਹੁੰਦਲ ਹੋਰੀ। ਹਰਿੰਦਰ ਹੁੰਦਲ ਹੋਰਾਂ ਦਾ ਜੇ ਪਿਛੋਕੜ ਦੇਖੀਏ ਤਾਂ ਕਾਫੀ ਲੰਬੀ ਸਟਰਗਲ ਤੋਂ ਬਾਅਦ ਇਹ ਇੱਥੇ ਪਹੁੰਚੇ ਨੇ ਔਰ ਇਹਨਾਂ ਦਾ ਕੈਨੇਡਾ ਦੇ ਵਿੱਚ ਵੀ ਐਜ ਏ ਸੋਸ਼ਲ ਵਰਕਰ ਦੇ ਤੌਰ ਤੇ ਕਾਫੀ ਉਭਰਵਾਂ ਨਾਂ ਹੈ ਇਹਨਾਂ ਦਾ। ਲਗਾਤਾਰ ਇਹ ਪ੍ਰੋਗਰੈਸਿਵ ਲਹਿਰ ਦੇ ਨਾਲ ਜੁੜੇ ਰਹੇ ਨੇ ਸ਼ੁਰੂ ਤੋਂ ਲੈ ਕੇ। ਔਰ ਮੈਂ ਆਪਣੇ ਦਰਸ਼ਕਾਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਪੰਜਾਬੀ ਦੇ ਨਾਮਵਰ ਵੱਡੇ ਲੇਖਕ ਨੇ ਹਰਭਜਨ ਸਿੰਘ ਹੁੰਦਲ, ਉਹਨਾਂ ਦੇ ਇਹ ਸਾਹਿਬਜ਼ਾਦੇ ਨੇ। ਔਰ ਜਿਹੜੀ ਇਹਨਾਂ ਦੇ ਪਿਤਾ ਜੀ ਕੋਲੋਂ ਜਾਂ ਜਿਹੜੀ ਪ੍ਰੋਗਰੈਸਿਵ ਲਹਿਰ ਨਾਲ ਜੁੜਨ ਦੀ ਗੁਰਤੀ ਮਿਲੀ ਆ ਉਹਨੂੰ ਇਹਨਾਂ ਨੇ ਕੰਟੀਨਿਊ ਰੱਖਿਆ, ਭਾਵੇਂ ਉਹ ਇੰਡੀਆ 'ਚ ਵਿਚਰਦੇ ਰਹੇ ਤੇ ਚਾਹੇ ਇੱਥੇ ਰਹੇ। ਅੱਜ ਇਹਨਾਂ ਦੇ ਜੀਵਨ ਦੇ ਬਾਰੇ ਕੁਝ ਗੱਲਾਂ ਇਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾਂ ਤੇ ਹੁੰਦਲ ਸਾਹਿਬ ਤੁਹਾਡਾ ਸਵਾਗਤ ਹੈ ਜੀ। ਹਰਜੀਤ ਜੀ ਬਹੁਤ ਬਹੁਤ ਧੰਨਵਾਦ। ਔਰ ਤੁਸੀਂ ਮੈਨੂੰ ਅੱਜ ਆਪਣੇ ਸਟੂਡੀਓ 'ਚ ਮਿਲਾਇਆ, ਮੈਂ ਤੁਹਾਡਾ ਬੜਾ ਧੰਨਵਾਦੀ। ਹੁੰਦਲ ਸਾਹਿਬ, ਹਰ ਵਿਅਕਤੀ ਜਿਹੜਾ ਸਾਡੇ ਵਰਗੇ ਘਰਾਂ 'ਚ ਪੈਦਾ ਹੁੰਦਾ, ਜਿਹਨੂੰ ਕਹਿੰਦੇ ਨੇ ਸਿਲਵਰ ਸਪੂਨ ਲੈ ਕੇ ਨਹੀਂ ਪੈਦਾ ਹੁੰਦਾ, ਉਹ ਜ਼ਿੰਦਗੀ 'ਚ ਬਹੁਤ ਸਟਰਗਲ ਕਰਦਾ। ਔਰ ਸਾਡੇ ਪਰਿਵਾਰਾਂ ਦੇ ਵਿੱਚ ਖਾਸ ਕਰਕੇ ਜਿੱਥੇ ਪ੍ਰੋਗਰੈਸਿਵ ਲਹਿਰ ਦਾ ਅਸਰ ਹੁੰਦਾ ਉਹਨਾਂ ਦੀ ਜ਼ਿੰਦਗੀ ਬਚਪਨ ਤੋਂ ਹੀ ਥੋੜ੍ਹੀ ਜਿਹੀ ਅਲੱਗ ਤਰ੍ਹਾਂ ਦੀ ਸਿੱਖਿਆ ਮਿਲਣ ਲੱਗ ਜਾਂਦੀ ਆ। ਤੇ ਤੁਸੀਂ ਸਾਨੂੰ ਆਪਣੇ ਬਾਰੇ ਸਾਰੀ ਜਾਣਕਾਰੀ ਦਿਓ ਕਿ ਤੁਸੀਂ ਬਚਪਨ ਤੋਂ ਲੈ ਕੇ ਹੁਣ ਤੱਕ, ਜਿਸ ਤਰ੍ਹਾਂ ਇੱਥੇ ਵੀ ਤੁਸੀਂ ਬਹੁਤ ਸਰਗਰਮੀ ਨਾਲ ਕੰਮ ਕਰ ਰਹੇ ਜੇ, ਕਮਿਊਨਿਸਟ ਲਹਿਰ 'ਚ ਵੀ ਕੰਮ ਕਰਦੇ ਹੋ, ਹੋਰ ਵੀ ਕੋਈ ਪ੍ਰੋਗਰੈਸਿਵ ਇੱਥੇ ਹੁੰਦੀ ਆ ਐਜੀਟੇਸ਼ਨ ਵਗੈਰਾ ਕੋਈ ਲੋਕਾਂ ਦੀ, ਉਹਦੇ ਵਿੱਚ ਤੁਸੀਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੋ, ਹਿੱਸਾ ਹੀ ਨਹੀਂ ਲੈਂਦੇ, ਲੀਡ ਕਰਦੇ ਹੋ। ਤੇ ਅਸੀਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਸਾਡੇ ਦਰਸ਼ਕਾਂ ਲਈ ਕਿ ਕਿਸ ਤਰ੍ਹਾਂ ਇਹ ਤੁਹਾਨੂੰ ਗੁਰਤੀ ਮਿਲੀ ਤੇ ਕਿੱਥੋਂ ਤੁਸੀਂ ਆਪਣਾ ਸਫ਼ਰ ਸ਼ੁਰੂ ਕੀਤਾ। ਥੋੜ੍ਹਾ ਜਿਹਾ ਆਪਣੇ ਬਚਪਨ ਤੋਂ ਲੱਗ ਕੇ ਸਾਰੀ ਕਹਾਣੀ ਦੱਸੋ ਸਾਨੂੰ। ਬਿਲਕੁਲ ਹਰਜੀਤ ਜੀ, ਜਿਵੇਂ ਤੁਸੀਂ ਦੱਸਿਆ ਕਿ ਪਿਤਾ ਜੀ ਪੰਜਾਬੀ ਦੇ ਉੱਘੇ ਲੇਖਕ ਆ ਔਰ 100 ਤੋਂ ਵੱਧ ਉਹਨਾਂ ਦੀਆਂ ਹੁਣ ਤੱਕ ਪੰਜਾਬੀ ਸਾਹਿਤ ਵਿੱਚ ਕਿਤਾਬਾਂ ਆ ਚੁੱਕੀਆਂ। ਤੋ ਜਿਵੇਂ ਮੇਰੀ ਜ਼ਿੰਦਗੀ ਬਚਪਨ ਤੋਂ ਲੈ ਕੇ ਵਿਦਿਆਰਥੀ ਜੀਵਨ ਤਾਈਂ ਇੰਨੀ ਔਕੜਾਂ ਭਰੀ ਨਹੀਂ ਰਹੀ, ਕਿਉਂਕਿ ਮਾਤਾ ਪਿਤਾ ਦੋਵੇਂ ਸਰਕਾਰੀ ਟੀਚਰ ਸੀ ਜੀ। ਔਰ ਉਹਨਾਂ ਨੇ ਬਹੁਤ ਔਕੜਾਂ ਝੱਲੀਆਂ। ਪਾਕਿਸਤਾਨ ਦੇ ਉਜਾੜੇ ਤੋਂ ਬਾਅਦ ਆ ਕੇ ਉਹ ਫੱਤੂ ਚੱਕ ਬਿਆਸ ਦਰਿਆ ਦੇ ਕੰਢੇ ਤੇ ਵਸੇ ਔਰ ਉੱਥੇ ਹੜ੍ਹਾਂ ਦੀ ਮਾਰ ਸਦਾ ਰਹੀ ਔਰ ਬੜੀ ਤਬਾਹੀ ਰਹਿੰਦੀ ਰਹੀ। ਉਹ ਉਦੋਂ ਰੁਕੀ ਜਦੋਂ ਤੁਸੀਂ ਬੰਨਿਆ ਤੇ ਫਿਰ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ, ਉਹਦੇ ਨਾਲ ਪਰਿਵਾਰ 'ਚ ਖੁਸ਼ਹਾਲੀ ਆਉਣ ਲੱਗੀ। ਤੇ ਮਾਤਾ ਪਿਤਾ ਨੇ ਤੇ ਬੜੀਆਂ ਔਕੜਾਂ ਸਹੀਆਂ, ਪਰ ਅਸੀਂ ਜਦੋਂ ਕਿ ਮੇਰਾ ਜਨਮ ਹੋਇਆ ਉਦੋਂ ਉਹਨਾਂ ਦੇ ਪੈਰ ਲੱਗ ਚੁੱਕੇ ਸੀ ਸਰਕਾਰੀ ਨੌਕਰ ਹੋਣ ਦੇ ਤੌਰ ਤੇ। ਉਹਨਾਂ ਨੂੰ ਜਿਹੜੀ ਤਨਖਾਹ ਆ ਰਹੀ ਸੀ, ਤੋ ਉਹਦੇ 'ਚ ਇਹ ਜਿਹੜੀਆਂ ਇੰਨੀਆਂ ਔਕੜਾਂ ਨਹੀਂ ਆਈਆਂ। ਪਰ ਪਿਤਾ ਜੀ ਕਿਉਂਕਿ ਲੇਖਕ ਵੀ ਸੀ, ਪੰਜਾਬੀ ਲੇਖਕ ਜਿਹੜੀ ਕੇਂਦਰੀ ਪੰਜਾਬੀ ਲੇਖ ਸਭਾ ਉਹਦੇ 'ਚ ਵੀ ਐਕਟਿਵ ਔਰ ਲਿਖਣ ਦੇ ਤੌਰ ਤੇ ਵੀ ਇੱਕ ਪ੍ਰਗਤੀਵਾਦੀ ਗਾਂਵਧੂ ਸ਼ਾਇਰ ਹੀ। ਤੋ ਉਹਨਾਂ ਤੋਂ ਇੱਕ ਲਗਾਤਾਰ ਗੱਲਾਂ ਕਰਦਿਆਂ ਉਹ ਇਸ ਤਰ੍ਹਾਂ ਦੀ ਜੀਵਨ ਜਾਂਚ ਲਈ ਉਤਸ਼ਾਹ ਕਰਦੇ ਜਿਹੜੀ ਲੋਕਾਂ ਨੂੰ ਸਮਰਪਿਤ ਹੋਵੇ, ਲੋਕ ਮਸਲਿਆਂ ਲਈ, ਤੋ ਜਿਹੜੀ ਜ਼ਿੰਦਗੀ ਸਾਰਥਕ ਹੋਵੇ। ਤੋ ਉਹਦਾ ਉਹ ਅਸਰ ਰਿਹਾ। ਪਰ ਕਿਉਂਕਿ ਮੇਰਾ ਜਨਮ 1973 ਦਾ ਹੋਇਆ, ਜਦੋਂ ਮੈਂ ਜਵਾਨ ਹੋਇਆ ਉਦੋਂ ਪੰਜਾਬ ਜਿਹੜਾ ਉਹ ਕਾਲੇ ਦੌਰ 'ਚ ਦਾਖਲ ਹੋ ਰਿਹਾ ਸੀ। ਜੋ 1982-83 'ਚ ਮੈਂ 6ਵੀਂ 'ਚ ਗਿਆ। ਤੋ ਮੇਰੀ ਜਿਹੜੀ ਜਵਾਨੀ ਦਾ ਇੱਕ ਦੌਰ ਸੀ 2000 ਤੱਕ, 2004 ਤੱਕ ਲਾ ਲਓ, ਉਹ ਪੰਜਾਬ ਦੇ ਕਾਲੇ ਦੌਰ ਦਾ ਰਿਹਾ, ਜਿਹਦਾ ਕਿ ਤੁਸੀਂ ਦੇਖਿਆ ਕਿ ਦਹਿਸ਼ਤ ਦਾ ਮਾਹੌਲ, ਸਕੂਲਾਂ 'ਚ ਵਿੱਦਿਆ ਦਾ ਨਿਘਾਰ, ਤੇ ਕੋਈ ਪੜ੍ਹਾਉਂਦਾ ਨਹੀਂ ਸੀ ਸਕੂਲਾਂ 'ਚ। ਮੈਂ ਉਸ ਤਰ੍ਹਾਂ ਪੜ੍ਹਨ 'ਚ ਚੰਗਾ ਸੀ, 5ਵੀਂ 'ਚ ਵੀ ਮੇਰੀ ਚੰਗੀ ਪੋਜੀਸ਼ਨ ਸੀ। ਸਕੂਲ 'ਚ ਮੈਂ 10ਵੀਂ 12ਵੀਂ ਤਾਈਂ ਜਿਹੜੇ ਉੱਪਰਲੇ 2-3 ਵਿਦਿਆਰਥੀ ਉਹਨਾਂ 'ਚ ਰਿਹਾ। ਤੋ ਉਸ ਤੋਂ ਬਾਅਦ ਫਿਰ ਮੈਂ ਖਾਲਸਾ ਕਾਲਜ ਜਲੰਧਰ ਚਲੇ ਗਿਆ। ਉੱਥੇ ਵੀ ਕੋਈ ਇੰਨਾ ਲਾਲਪੁਰ ਖਾਲਸਾ ਕਾਲਜ 'ਚ ਇੰਨਾ ਉਸ ਵੇਲੇ ਉਸਾਰੂ ਮਾਹੌਲ ਨਹੀਂ ਸੀ। ਉਸ ਦਹਿਸ਼ਤਗਰਦੀ ਦੇ ਦਿਨ ਸੀ ਔਰ ਉੱਥੇ ਜੇ ਸਟ੍ਰਾਈਕ ਵੀ ਹੁੰਦੀ ਤੇ ਉਦੋਂ ਹੁੰਦੀ ਜਦੋਂ ਕੋਈ ਮਾਰਿਆ ਜਾਂਦਾ ਸੀ ਪੰਜਾਬ 'ਚ ਦਹਿਸ਼ਤਗਰਦ, ਤੇ ਉਹਦੇ ਲਈ ਕਾਲਜ ਬੰਦ ਹੋ ਜਾਂਦਾ ਸੀ। ਤੇ ਉਸ ਤੋਂ ਬਾਅਦ ਫਿਰ ਮੇਰੇ ਦਿਲ 'ਚ ਸ਼ੌਂਕ ਸੀ ਕਿ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 'ਚ ਪੜ੍ਹਾਂ। ਤਾਂ ਫਿਰ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ 1996 'ਚ MSc ਇਕਨੋਮਿਕਸ ਕੀਤੀ। ਉਦੋਂ ਤਾਈਂ ਪੰਜਾਬ ਦੇ ਕਾਲੇ ਦੌਰ ਦਾ ਜਿਹੜਾ ਮਾਹੌਲ ਸੀ ਉਹ ਖਤਮ ਹੋ ਚੁੱਕਾ, ਅੰਤਲਾ ਦੌਰ ਸੀ। ਦਹਿਸ਼ਤ ਖਤਮ ਹੋ ਗਈ ਸੀ। ਜਦੋਂ ਅਸੀਂ ਯੂਨੀਵਰਸਿਟੀ ਗਏ ਸਾਨੂੰ ਜਿਹੜੇ ਸੀਨੀਅਰ ਦੱਸਦੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਗੜ ਰਹੀ ਦਹਿਸ਼ਤ ਦਾ, ਔਰ ਇੱਥੇ ਕੋਈ ਵੀ ਵਿਦਿਆਰਥੀ ਮਸਲਿਆਂ ਦੇ ਹਿੱਤ ਦੀ, ਵਿੱਦਿਆ ਦੀ, ਕੋਈ ਇੱਕ ਚੰਗੇ ਉਸਾਰੂ ਮਾਹੌਲ ਦੀ ਕਦੀ ਵੀ ਕੋਈ ਗੱਲ ਨਹੀਂ ਸੀ ਹੋਈ। ਟੀਚਰ ਡਰਦੇ ਸੀ, ਉਹ ਕਿਸੇ ਨੂੰ ਟੋਕਦੇ ਨਹੀਂ ਸੀ। ਹੋਸਟਲ ਵੀ ਇੱਕ ਹਿਸਾਬ ਦੇ ਕਿਸੇ ਵੀ ਉਸਾਰੂ ਬਹਿਸ ਜਾਂ ਕਿਸੇ ਕੰਮਕਾਜ ਲਈ ਨਹੀਂ ਸੀ। ਤੋ ਅਸੀਂ ਪਹਿਲੀ ਵਾਰ ਜਾ ਕੇ 1996 'ਚ ਸਟ੍ਰਾਈਕ ਕੀਤੀ ਕਿ ਯੂਨੀਵਰਸਿਟੀ 'ਚ ਜਿਹੜੀਆਂ ਚੰਗੀਆਂ ਸਿਹਤ ਵਿੱਦਿਆ ਨਾਲ ਸੰਬੰਧਿਤ ਸਹੂਲਤਾਂ ਮਿਲਣੀਆਂ ਚਾਹੀਦੀਆਂ, ਕਿਉਂਕਿ ਜਦੋਂ ਪੰਜਾਬ 'ਚ ਕਾਲਾ ਦੌਰ ਖਤਮ ਹੋਇਆ ਯੂਨੀਵਰਸਿਟੀਆਂ ਨੇ ਵੀ ਇੱਕਦਮ ਵਿੱਦਿਅਕ
ਜਿਹੜੀ ਅਫੋਰਡੇਬਿਲਟੀ ਸੀ ਲੋਕਾਂ ਦੀ ਉਹਨੂੰ ਅਫੋਰਡ ਕਰਨ ਦੀ, ਉੱਤੇ ਹਮਲਾ ਕੀਤਾ। ਫੀਸਾਂ ਇੱਕਦਮ ਵਧਣ ਲੱਗ ਪਈਆਂ, ਪ੍ਰੋਸਪੈਕਟਸ, ਐਡਮਿਸ਼ਨ ਫੀ ਵਧਣ ਲੱਗ ਪਈ। ਤੋਂ ਅਸੀਂ ਪਹਿਲੀ ਵਾਰ ਕੁਝ ਹੋਰ ਮਸਲੇ ਲੈ ਕੇ ਸਟ੍ਰਾਈਕ ਕੀਤੀ। ਤੋਂ ਸਾਨੂੰ ਟੀਚਰਾਂ ਨੇ ਕਿਹਾ ਕਿ ਬੜੀ ਦੇਰ ਬਾਅਦ ਉਹ ਦੇਣ ਭਰਤੇ। ਕਿਹੜੀ ਵਿਦਿਆਰਥੀ ਜਥੇਬੰਦੀ ਨਾਲ ਤੁਸੀਂ ਜੁੜੇ ਸੀਗੇ? ਮੈਂ ਜੀ SFI ਵੱਲੋਂ, ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਵੱਲੋਂ। ਵੈਸੇ ਤਾਂ ਮੈਂ ਖਾਲਸਾ ਕਾਲਜ ਜਲੰਧਰ 'ਚ ਥੋੜਾ ਜਿਹਾ ਜੁੜਨ ਲੱਗ ਪਿਆ ਸੀ। ਪਿਤਾ ਜੀ ਨੇ ਮੈਨੂੰ ਉਤਸ਼ਾਹਿਤ ਕੀਤਾ ਕਿ ਜੇ ਤੂੰ ਜ਼ਿੰਦਗੀ 'ਚ ਕੁਝ ਸਿੱਖਣਾ ਤੇ ਵਿਦਿਆ ਦੇ ਨਾਲ ਤੈਨੂੰ ਹੋਰ ਜਿਹੜੀਆਂ ਪੋਲੀਟੀਕਲ ਸੋਸ਼ਲ ਐਕਟੀਵਿਟੀਜ਼ ਉਹਨਾਂ 'ਚ ਪਾਰਟਿਸਿਪੇਟ ਕਰਨਾ ਚਾਹੀਦਾ। ਤੋਂ SFI ਦਾ ਉੱਥੇ ਕੋਈ ਆਧਾਰ ਹੈ ਨਹੀਂ ਸੀ। ਤੋਂ ਅਸੀਂ ਜਾ ਕੇ, ਮੈਂ, ਮੇਰੇ ਕੁਝ ਹੋਰ ਦੋਸਤ ਮਿੱਤਰ, ਕੁਝ ਜਿਹੜੇ ਵੱਡੇ ਕਾਮਰੇਡ ਪੁਰਾਣੇ ਸੀ, ਉਹਨਾਂ ਦੇ ਵੀ ਉੱਥੇ ਜਿਹੜੇ ਬੱਚੇ ਆਏ। ਤੋਂ ਅਸੀਂ, ਉਹਨਾਂ ਨੇ ਸਾਨੂੰ 10 ਪਾ ਕੇ ਅਸੀਂ ਗਰੁੱਪ ਬਣਾਇਆ 10-15 ਜਣਿਆਂ ਦਾ। ਤੋਂ ਅਸੀਂ ਫਿਰ ਪਹਿਲਾਂ ਤੇ ਆਇਡੈਂਟੀਫਾਈ ਕੀਤੀਆਂ ਪ੍ਰੋਬਲਮਸ, ਇਕੱਠੇ ਬਹਿ ਕੇ ਵਿਚਾਰ ਲਏ, ਵੱਖ-ਵੱਖ ਡਿਪਾਰਟਮੈਂਟਾਂ ਦੇ ਵਿਦਿਆਰਥੀਆਂ ਨਾਲ ਮਿਲੇ। ਤੋਂ ਫਿਰ ਇੱਕ ਅਸੀਂ ਉੱਥੇ ਵਿਦਿਆਰਥੀਆਂ ਦੀ ਸਟਰਗਲ ਲਈ ਕੁਝ ਇਸ਼ੂਜ਼ ਤੇ ਮੰਗਾਂ ਉਠਾਈਆਂ। VC ਨੂੰ ਮਿਲੇ ਅਸੀਂ, 2-3 ਵੱਡੀਆਂ। VC ਤੁਹਾਡੇ ਉਦੋਂ SP ਸਿੰਘ ਸੀਗੇ ਮੇਰੇ ਖਿਆਲ? ਸਿੰਘ ਹੀ ਜੀ, ਹਾਂਜੀ। ਤੋਂ ਅਸੀਂ ਉਹਨਾਂ ਦੇ ਨਾਲ 2 ਵਾਰੀ ਬਹੁਤ ਫੀਸ ਵਧਾਤੀ ਯੂਨੀਵਰਸਿਟੀ ਨੇ, ਔਰ ਅਸੀਂ ਉਹਦੇ ਲਈ ਸਟਰਗਲ ਕੀਤੀ, ਔਰ ਉਹ ਵਾਅਦਾ ਜਿਹੜਾ ਵਾਪਸ ਲਿਆ। ਹੋਰ ਵੀ ਬੜੀਆਂ ਮੰਗਾਂ ਸੀ ਯੂਨੀਵਰਸਿਟੀ ਦੇ ਅੰਦਰ, ਬੱਸ ਸੇਵਾ ਦੀ। ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਸਟਲ ਇੱਦਾਂ ਹੀ ਜਿੱਦਾਂ ਜੇਲ੍ਹ ਖਾਨਾ ਹੁੰਦਾ, ਬੜੀ ਟਾਈਟ ਸਿਕਿਉਰਿਟੀ, ਬੜਾ ਇੱਦਾਂ ਹੀ ਕੁੜੀਆਂ ਦਾ ਸੀ। ਕੁੜੀਆਂ ਨੂੰ ਤੇ ਸ਼ਾਮ ਨੂੰ 5-6 ਵਜੇ ਤੋਂ ਬਾਅਦ ਕਿਤੇ ਜਾਣ ਨਹੀਂ ਦਿੰਦੇ, ਉਹਨਾਂ ਦੀਆਂ ਵੀ ਔਕੜਾਂ ਸੀ। ਤੋਂ ਅਸੀਂ ਉਹ ਸਟਰਗਲ ਕਰਕੇ ਉਹ ਮਸਲੇ ਜਿਹੜੇ ਹੱਲ ਕੀਤੇ ਯੂਨੀਵਰਸਿਟੀ 'ਚ। ਤੇ ਉਸ ਤੋਂ ਬਾਅਦ ਫਿਰ ਮੈਂ MBA ਕੀਤੀ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬਾਅਦ, ਇਹ ਮਾਰਕੀਟਿੰਗ 'ਚ। ਤੇ ਉਹ ਤੋਂ ਕਰਨ ਤੋਂ ਬਾਅਦ ਹੀ ਮੁੜ ਕੇ ਫਿਰ ਮੈਂ ਕੈਨੇਡਾ, ਮੇਰੀ ਮੈਰਿਜ ਕੈਨੇਡਾ ਹੋ ਗਈ ਜੀ। ਤੋਂ ਫਿਰ ਮੈਂ ਕੈਨੇਡਾ ਆ ਗਿਆ 2001 'ਚ। ਤੋਂ ਉਸ ਤੋਂ ਬਾਅਦ ਫਿਰ ਇੱਥੇ ਲਗਾਤਾਰ ਕੈਨੇਡਾ 'ਚ ਸਿੰਸ 2001। ਤੇ ਉਹ ਤੁਹਾਨੂੰ ਪਤਾ ਹੀ ਆ ਕਿ ਕੈਨੇਡਾ ਦੀ ਹਰ ਨਵੇਂ ਆਏ ਲਈ ਜ਼ਿੰਦਗੀ ਬੜੀ ਸੰਘਰਸ਼ਮਈ ਹੁੰਦੀ ਜੀ। ਬਿਲਕੁਲ। ਔਰ ਜਿਹੜਾ ਇਹ ਦੌਰ ਸੀਗਾ ਉਸ ਸਮੇਂ 'ਚ, ਉਹਨਾਂ ਦੇ ਵਿੱਚ ਪ੍ਰੋਗਰੈਸਿਵ ਲਹਿਰ ਵਾਲੇ ਜਿਹੜੇ ਵਿਅਕਤੀ ਸੀਗੇ, ਚਾਹੇ ਉਹ ਸਟੂਡੈਂਟ ਹੋਣ ਚਾਹੇ ਅਧਿਆਪਕ ਹੋਣ, ਉਹਨਾਂ ਨੂੰ ਬੜਾ ਰਿਸਕ ਰਹਿੰਦਾ ਸੀਗਾ ਉਹਨਾਂ ਦਿਨਾਂ ਦੇ ਵਿੱਚ। ਤੇ ਐਕਟੀਵਿਟੀ ਜਿਹੜੀਆਂ ਬੜੀਆਂ ਲਿਮਟਿਡ ਹੋ ਗਈਆਂ ਸੀ ਉਦੋਂ, ਖਾਸ ਕਰਕੇ ਸਾਰੀਆਂ ਇਹ, ਕਿਉਂਕਿ ਉਦੋਂ ਮੈਨੂੰ ਲੱਗਦਾ ਕਿ ਮੈਨੂੰ ਸਮਝ ਆ ਉਸ ਸਮੇਂ ਦੀ ਕਿ ਫੈਡਰੇਸ਼ਨ ਵਾਲੇ ਵਿਅਕਤੀ ਜਿਹੜੇ ਸੀਗੇ, ਫੈਡਰੇਸ਼ਨ ਦੇ ਨਾਂ ਤੇ ਕੁਝ ਲੋਕ ਜਿਹੜੇ ਸੀਗੇ ਉਹ ਕਾਫੀ ਹੱਲਾ ਗੁੱਲਾ ਮਚਾਈ ਰੱਖਦੇ ਹੁੰਦੇ ਸੀ, ਔਰ ਹਰ ਦੂਜੇ ਤੀਜੇ ਦਿਨ ਦੀਵਾਰ ਤੇ ਆ ਕੇ ਖੜੇ ਹੋ ਕੇ ਤੇ ਸ਼ੁਰੂ ਹੋ ਜਾਂਦਾ ਸੀ ਕੰਮ। ਪਰ ਉਹਦੇ ਇਸ ਮਤਲਬ ਮਾਹੌਲ ਦੇ ਵਿੱਚੋਂ ਵੀ ਤੁਸੀਂ ਵੇਖਿਆ ਕਿ ਉਦੋਂ ਪ੍ਰੋਗਰੈਸਿਵ ਲਹਿਰ ਵਾਲੇ ਕੁਝ ਲੋਕ ਜਿਹੜੇ ਸੀ ਉਹ ਲਗਾਤਾਰ ਕੰਮ ਕਰਦੇ ਰਹੇ। ਕੋਈ ਟੀਚਰਸ ਉਸ ਯੂਨੀਵਰਸਿਟੀ ਦੇ ਵੇਲੇ ਦੀ ਕੁਝ ਸਾਨੂੰ ਦੱਸੋ ਕਿ ਉੱਥੇ ਕਿਸ ਤਰ੍ਹਾਂ ਦੇ ਟੀਚਰ ਸੀ ਔਰ ਕਿਸ ਤਰ੍ਹਾਂ ਦਾ ਮਾਹੌਲ ਸੀਗਾ, ਐਜੂਕੇਸ਼ਨ ਦਾ ਮਾਹੌਲ ਕਿੱਦਾਂ ਸੀਗਾ। ਔਰ ਦੂਸਰਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪੜ੍ਹਾਈ ਲਿਖਾਈ ਤੋਂ ਚੰਗੇ ਸੀਗੇ, ਜਿਹੜੇ ਪੜ੍ਹਾਕੂ ਵਿਦਿਆਰਥੀ ਗਿਣੇ ਜਾਂਦੇ ਆ, ਉਹ ਨਾਰਮਲੀ ਇਹਨਾਂ ਐਕਟੀਵਿਟੀ ਵਾਲੇ ਪਾਸੇ ਘੱਟ ਆਉਂਦੇ ਆ, ਜਾਂ ਮਤਲਬ ਸਪੋਰਟਸ ਵਾਲੇ ਬੱਚੇ ਵੀ ਜਿਹੜੇ ਆ ਸਪੋਰਟਸ 'ਚ ਲੱਗੇ ਰਹਿੰਦੇ ਆ, ਉਹ ਪੜ੍ਹਾਈ ਵੱਲ ਘੱਟ ਜਾਂਦੇ ਆ। ਤੇ ਜਿਹੜੀ ਇਸ ਐਕਟੀਵਿਟੀ 'ਚ ਲੋਕ ਕੰਮ ਕਰਦੇ ਆ, ਉਹਨਾਂ ਨੂੰ ਆਮ ਤੌਰ ਤੇ, ਭਾਵੇਂ ਉਹ ਬਹੁਤ ਵਧੀਆ ਕੰਮ ਕਰ ਰਹੇ ਹੁੰਦੇ ਆ, ਸਾਡੇ ਸਮਾਜ 'ਚ ਇੱਕ ਧਾਰਨਾ ਬਣੀ ਹੋਈ ਆ ਕਿ ਵਿਹਲੜ ਕਿਸਮ ਦੇ ਲੋਕ ਆ, ਇਹਨਾਂ ਦਾ ਕੰਮ ਹੈ ਹੜਤਾਲਾਂ ਕਰਾਉਣੀਆਂ। ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਫੇਸ ਕਰਦੇ ਸੀ, ਔਰ ਕਿੱਦਾਂ ਬੈਲੈਂਸ ਰੱਖਿਆ ਕਿ ਤੁਸੀਂ ਉੱਥੇ MSc ਵੀ ਆਪਣੀ ਕਰਕੇ ਆਏ, ਉੱਥੋਂ MBA ਵੀ ਕੀਤੀ, ਔਰ ਵਧੀਆ ਤਰੀਕੇ ਨਾਲ ਤੁਸੀਂ ਕਰਕੇ ਆਏ, ਔਰ ਨਾਲ ਦੀ ਨਾਲ ਤੁਸੀਂ ਹਰ ਤਰ੍ਹਾਂ ਦੀ ਪ੍ਰੋਗਰੈਸਿਵ ਮੂਵਮੈਂਟ 'ਚ ਹਿੱਸਾ ਲਿਆ। ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਸਾਨੂੰ। ਇਹ ਬਿਲਕੁਲ ਹਰਦੀਪ ਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇੱਕ ਬੜਾ ਉਸਾਰੂ ਤੇ ਸ਼ਾਨਾ ਮੱਤਾ ਇਤਿਹਾਸ ਰਿਹਾ। ਦੀਪਕ ਧਵਨ ਵਰਗੇ ਵੱਡੇ ਲੀਡਰ ਜਿਹੜੇ ਬਾਅਦ 'ਚ ਦਹਿਸ਼ਤਗਰਦਾਂ ਨੇ ਜਿਨ੍ਹਾਂ ਨੂੰ ਕਤਲ ਕਰ ਦਿੱਤਾ, ਉਹ ਕਿਸੇ ਸਮੇਂ ਉੱਥੇ ਉਹਨਾਂ ਦੀ ਬੜੀ ਲਹਿਰ ਰਹੀ ਵਿਦਿਆਰਥੀ ਮਸਲਿਆਂ ਲਈ। ਔਰ ਜਿਹੜਾ ਵਿੱਚ ਕਾਲਾ ਦੌਰ ਆਇਆ ਅੱਤਵਾਦ ਦਾ, ਉਹਨੇ ਬਹੁਤ ਨੁਕਸਾਨ ਕੀਤਾ। ਈਵਨ ਯੂਨੀਵਰਸਿਟੀ 'ਚ ਕੋਈ ਸਟੂਡੈਂਟ ਸੈਂਟਰ ਨਹੀਂ ਸੀ, ਔਰ ਜਦੋਂ ਵੀ ਸਟ੍ਰਾਈਕ ਹੁੰਦੀ ਸੀ ਕਿਸੇ ਵਿਦਿਅਕ ਮਸਲੇ ਤੇ ਨਹੀਂ ਹੁੰਦੀ। ਜਦੋਂ ਕੋਈ ਪੁਲਿਸ ਜਾਂ ਕਿਸੇ ਦੇ ਹੱਥੋਂ ਕੋਈ ਮਾਰਿਆ ਜਾਂਦਾ ਸੀ ਤੇ ਉਹ ਜਿਹੜੀਆਂ ਸਿੱਖ ਜਥੇਬੰਦੀਆਂ ਸੀ ਉਹ ਉਹਨਾਂ ਦੇ ਨਾਂ ਤੇ ਬੰਦ ਕਰਾਉਂਦੀਆਂ ਸੀ, ਕੋਈ ਕਿਸੇ ਵਿਦਿਅਕ ਮਸਲੇ ਤੇ ਬੰਦ ਨਹੀਂ ਕਰਾਉਂਦੀਆਂ। ਤੇ ਉਹਦਾ ਕਰਕੇ ਵਿਦਿਅਕ ਮਾਹੌਲ ਦਾ ਨਿਘਾਰ ਬਹੁਤ ਆਇਆ ਉਸ ਸਮੇਂ 'ਚ। ਔਰ ਜਦੋਂ ਮਾਹੌਲ ਖਤਮ ਹੋਇਆ, ਜਿਹੜੇ ਤੁਸੀਂ ਕਿਹਾ ਉਸਤਾਦ ਟੀਚਰ ਸੀ, ਉਹ ਵੀ ਥੋੜੇ ਚੁੱਪ ਰਹੇ, ਕਈ ਕੰਮ ਕਰਦੇ ਰਹੇ ਥੋੜਾ। ਪਰ ਜਦੋਂ ਅਸੀਂ ਗਏ ਉਹਨਾਂ 'ਚ ਵੀ ਬੜਾ ਉਤਸ਼ਾਹ ਆਇਆ ਕਿ ਕੋਈ ਆਏ ਆ, ਪੁਰਾਣੀ ਜਿਹੜੀ ਆ ਉਹ ਗੱਲ ਪਰਤੀ ਆ। ਤੋਂ ਅਸੀਂ ਸਾਡੇ ਜਿੰਨੇ ਵੀ ਮਿੱਤਰ ਸੀ ਉਹ ਸਾਰੇ ਪੜ੍ਹਨ 'ਚ ਬੜੇ ਲਾਇਕ ਸੀ ਆਪਣੇ ਆਪਣੇ ਡਿਪਾਰਟਮੈਂਟ 'ਚ, ਕਿਉਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਇੱਕ ਪ੍ਰਕਿਰਿਆ ਹੋਣ ਦੇ ਤੌਰ ਤੇ ਐਡਮਿਸ਼ਨ ਦੀ ਜਿਹੜੇ ਚੰਗੇ ਮੁੰਡੇ ਸੀ ਅਸੀਂ ਉਹਨਾਂ ਨੂੰ ਕਨਵਿੰਸ ਕੀਤਾ ਔਰ ਸਾਡੇ ਨਾਲ ਤੁਰੇ। ਔਰ ਉਹਨਾਂ ਦਾ ਇਹ ਸੀ ਕਿ ਵਿਦਿਆ ਦੇ ਸਮੇਂ ਅਸੀਂ ਵਿਦਿਆ ਕਰਾਂਗੇ, ਜਦੋਂ ਫ੍ਰੀ ਟਾਈਮ ਹੋਊਗਾ ਉਦੋਂ ਜਿਹੜੇ ਮਸਲੇ ਆ ਭਾਵੇਂ ਕਲਚਰ ਦੇ ਆ ਭਾਵੇਂ ਐਜੂਕੇਸ਼ਨ ਦੇ ਉਹਨੂੰ ਟਾਈਮ ਦੇਵਾਂਗੇ। ਤੋਂ ਅਸੀਂ ਬੈਲੈਂਸ ਰੱਖਿਆ ਆਪਣੀ ਵਿਦਿਆ ਦਾ ਵੀ, ਕਦੀ ਕੋਈ ਪੀਰੀਅਡ ਨਹੀਂ ਮਿਸ ਕੀਤਾ, ਮਾਰਕਸ ਵੀ ਚੰਗੇ ਲਏ। ਮੇਰਾ ਇੱਕ ਮਿੱਤਰ ਸੀ ਜਿਹੜਾ ਮੇਰੀ ਬੜੀ ਹੈਲਪ ਕਰਦਾ ਰਿਹਾ ਜੀ,
ਉਹ ਬਾਅਦ ਚ ਜਾ ਕੇ ਇੰਡੀਅਨ ਇਕਨੋਮਿਕ ਸਰਵਿਸਿਜ਼ ਚ ਬਣਿਆ ਔਰ ਉਹਨੇ ਹੁਣ ਰੀਸੈਂਟਲੀ ਉਹਨੇ ਇੱਕ ਨਾਵਲ ਲਿਖਿਆ। ਇੱਕ ਮੇਰਾ ਮਿੱਤਰ ਬਾਅਦ ਚ ਸਾਡੀ ਇਹਦੇ ਚੋਂ ਕੰਮ ਕਰਦਾ, ਆਰਮੀ ਚ ਅਫਸਰ ਲੱਗਾ। ਤੋ ਇਦਾਂ ਚੰਗੇ ਵਿਦਿਆਰਥੀ ਸੀ, ਉਹ ਸਾਰੂ ਮਾਹੌਲ ਰਿਹਾ ਜੀ ਮੁੜ ਕੇ ਲਗਾਤਾਰ ਅਸੀਂ ਇਹ ਮਸਲੇ ਉਠਾਉਂਦੇ ਰਹੇ। ਪਰ ਬਹੁਤ ਸਾਰੀਆਂ ਐਸੀਆਂ ਮੰਗਾਂ ਸੀ ਜਿਹੜੀਆਂ ਲੰਮੇ ਸਮੇਂ ਤੋਂ ਲਟਕਦੀਆਂ ਸੀ, ਜਿਨ੍ਹਾਂ ਲਈ ਅਸੀਂ ਲੜੇ। ਤੋ ਕਾਫੀ ਚੁਣੌਤੀਆਂ ਵੀ ਸੀਗੀਆਂ। ਇਹ ਯੂਨੀਵਰਸਿਟੀ ਅਥਾਰਟੀ ਦਾ ਐਟੀਟਿਊਡ ਬੜਾ ਬਿਊਰੋਕ੍ਰੈਟਿਕ ਹੋ ਗਿਆ ਸੀ, ਅੜੀਅਲ ਵਤੀਰਾ ਹੋ ਗਿਆ ਸੀ। ਉਹ ਕਿਉਂਕਿ ਆਦੀ ਹੋ ਗਏ ਸੀ ਇਦਾਂ ਦੀ ਕਿਸੇ ਗੱਲ ਨੂੰ ਨਾ ਸੁਣਦੇ ਆ। ਜਦੋਂ ਅਸੀਂ ਸਟ੍ਰਾਈਕ ਕਰਨ ਲੱਗੇ ਉਹਨਾਂ ਵੱਲੋਂ ਵੀ ਸਾਨੂੰ ਬੜੀ ਰੈਜ਼ਿਸਟੈਂਸ ਮਿਲੀ। ਜਿਹੜਾ ਸਿਕਿਉਰਿਟੀ ਅਮਲਾ ਸੀ ਉਹਦਾ ਰਵੱਈਆ ਪੁਲਿਸ ਵਾਲਾ ਹੀ, ਉਹ ਨਿੱਕੀ ਜਿਹੀ ਗੱਲ ਤੇ ਪੁਲਿਸ ਸੱਦ ਲੈਂਦੇ ਔਰ ਅਸੀਂ ਹੈਰਾਨ ਹੋ ਜਾਂਦੇ ਰਹੇ ਕਿ ਛੋਟੇ ਜਿਹੇ ਮਸਲੇ ਤੇ ਵੀ ਐਸਐਸਪੀ ਕੋ ਭਾਵੇਂ ਹੋਰ ਕਿਸੇ ਜਨਤਕ ਮਸਲੇ ਲਈ ਟਾਈਮ ਨਾ ਹੋਵੇ, ਡੀਐਸਪੀ ਐਸਐਸਪੀ ਝੱਟ ਛੋਟੀ ਜੀ ਵੀ ਸਾਡੀ ਜੇ ਅਸੀਂ ਕੋਈ ਮਸਲਾ ਉਠਾਉਂਦੇ ਵੀਸੀ ਦੇ ਤੇ ਆ ਜਾਂਦੇ ਸੀ। ਔਰ ਸਾਡੀਆਂ ਜਿਹੜੀਆਂ ਵਿਦਿਅਕ ਜਿਹੜੇ ਮੁਖੀ ਆ ਵੀਸੀ ਜਾਂ ਹੋਰ ਨਾਲ ਮੀਟਿੰਗ ਹੁੰਦੀ ਹੈ, ਪੁਲਿਸ ਆ ਕੇ ਵਿੱਚ ਬਹਿੰਦੀ ਸੀ। ਤੋ ਇਹ ਸਾਨੂੰ ਗੱਲ ਬੜੀ ਚੁਭਦੀ ਸੀ ਕਿ ਇੱਕ ਵਿਦਿਅਕ ਮਸਲਾ, ਅਸੀਂ ਕੋਈ ਵਾਇਲੈਂਟ ਨਹੀਂ ਹੈਗੇ, ਅਸੀਂ ਕੋਈ ਬਾਹਰੀ ਵਿਦਿਆ ਤੋਂ ਜਾ ਕੇ ਗੱਲ ਨਹੀਂ ਕੀਤੀ, ਅਸੀਂ ਆਪਣੇ ਮਸਲੇ ਬੜੇ ਤਰੀਕੇ ਨਾਲ ਮੁਹੱਬਤ ਨਾਲ ਇੱਕ ਚੰਗੇ ਮਾਹੌਲ 'ਚ ਉਠਾ ਰਹੇ ਹਾਂ। ਅਸੀਂ ਅਥਾਰਟੀ ਨੂੰ ਦੱਸਿਆ ਵੀ ਜੇ ਤੁਸੀਂ ਨਹੀਂ ਸੁਣੋਗੇ ਅਸੀਂ ਸਟ੍ਰਾਈਕ ਕਰਾਂਗੇ ਜਾਂ ਕੋਈ ਵਿਦਿਆਰਥੀਆਂ ਨੂੰ ਯੂਨਾਈਟ ਕਰਾਂਗੇ, ਉਹ ਸਾਡਾ ਡੈਮੋਕ੍ਰੈਟਿਕ ਰਾਈਟ ਆ। ਤੋ ਬੜਾ ਇੱਕ ਵਤੀਰਾ ਸੀ। ਪਰ ਜਿਹੜੇ ਐਸਪੀ ਸਿੰਘ ਸੀ ਉਹ ਤੇ ਬੜੇ ਸੌਫਟ ਕਿਸਮ ਦੇ ਵਿਦਵਾਨ ਮੰਨੇ ਜਾਂਦੇ ਸੀਗੇ। ਮੇਰਾ ਵੀ ਉਹਨਾਂ ਨਾਲ ਵਾਸਤਾ ਰਿਹਾ ਕਈ ਕਾਰਨਾਂ ਕਰਕੇ। ਉਹਨਾਂ ਦੇ ਅਸੀਂ ਟਰਸਟ ਚਲਾਉਂਦੇ ਸੀ ਆਪਣੇ ਜਗਦੇਵ ਕਲਾਂ ਹਾਸ਼ਮ ਸ਼ਾਹ ਟਰਸਟ, ਔਰ ਕਈ ਵਾਰ ਮੌਕਾ ਮਿਲਦਾ ਸੀਗਾ ਜਦੋਂ ਅਸੀਂ ਵੀਸੀ ਸਾਹਿਬ ਨੂੰ ਇਨਵਾਈਟ ਕਰਦੇ ਸੀ ਔਰ ਜੇ ਟਾਈਮ ਉੱਥੇ 7 ਵਜੇ ਦਾ ਹੁੰਦਾ ਸੀ ਤੇ ਉਹ 5:30 ਹੀ ਪਹੁੰਚ ਜਾਂਦੇ, ਕਹਿੰਦੇ ਯਾਰ ਤੁਹਾਡੇ ਨਾਲ ਗੱਪਾਂ ਛੱਪਾਂ ਮਾਰਾਂਗੇ। ਵੀਸੀ ਵਾਲਾ ਐਟੀਟਿਊਡ ਉਹਨਾਂ ਦਾ ਨਹੀਂ ਸੀਗਾ। ਔਰ ਮੇਰੇ ਇੱਕ ਦੋਸਤ ਨੇ ਉੱਥੇ ਯੂਨੀਵਰਸਿਟੀ ਜੀ ਤੁਹਾਡੇ ਉਸ ਸਮੇਂ ਸੀਗੇ ਮਨਮੋਹਨ ਢਿੱਲੋਂ ਹੋਣੀ, ਉਹ ਜਿਹੜਾ ਪੱਤਰਕਾਰੀ ਵਿਭਾਗ ਹੈ ਉਹਦੇ ਵਿੱਚ ਸੀਗੇ, ਯੂਨੀਵਰਸਿਟੀ ਪ੍ਰੈਸ ਕੰਮ ਕਰਦੇ ਸੀ ਪਹਿਲਾਂ, ਫਿਰ ਉਹ ਜਿਹੜਾ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਉਹ 'ਚੋਂ ਪਬਲਿਕ ਰਿਲੇਸ਼ਨ ਅਫਸਰ ਰਿਟਾਇਰ ਹੋਏ ਨੇ, ਉਹ ਟ੍ਰਿਬਿਊਨ ਲਈ ਕੰਮ ਕਰਦੇ ਨੇ। ਤੇ ਮੈਨੂੰ ਯਾਦ ਆ ਕਿ ਕਈ ਵਾਰ ਅਸੀਂ ਉਹ ਦੋਸਤ ਕੋਲ ਬੈਠੇ ਹੁੰਦੇ ਸੀ ਤੇ ਵੀਸੀ ਸਾਹਿਬ ਉੱਥੇ ਟ੍ਰਿਬਿਊਨ ਦੇ ਦਫ਼ਤਰ ਆ ਜਾਂਦੇ ਸੀ ਖਬਰ ਲਈ ਤੇ ਆਪਣੀ ਗੱਡੀ ਭੇਜ ਦਿੰਦੇ, ਕਹਿੰਦੇ ਮੈਂ ਮਨਮੋਹਨ ਆ ਜਾਵਾਂਗਾ ਵਾਪਸ ਮੋਟਰਸਾਈਕਲ ਤੇ ਆਪੇ ਹੀ। ਮਤਲਬ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਹੁੰਦਾ ਸੀ ਕਿ ਉਹ ਵੀ ਅਲੱਗ ਤਰ੍ਹਾਂ ਦੇ ਇੱਕ ਵੀਸੀ ਸੀਗੇ, ਉਹਨਾਂ 'ਚ ਉਸ ਤਰ੍ਹਾਂ ਦਾ ਐਟੀਟਿਊਡ ਨਹੀਂ ਸੀਗਾ। ਬਾਕੀ ਤੁਸੀਂ ਬਿਹਤਰ ਦੱਸ ਸਕਦੇ ਹੋ। ਉਹ ਨਹੀਂ, ਉਹ ਬਿਲਕੁਲ ਪੰਜਾਬੀ ਡਿਪਾਰਟਮੈਂਟ 'ਚੋਂ ਐਸਪੀ ਸਿੰਘ ਆਏ ਸੀ, ਉੱਥੇ ਰਹਿੰਦੇ ਸੀ, ਪ੍ਰਵਾਸੀ ਸਾਹਿਤ ਦੇ ਉੱਤੇ ਕੰਮ ਕੀਤਾ ਹੋਇਆ ਸੀ। ਕੰਮ ਕੀਤਾ ਜੀ। ਉਹ ਸਾਨੂੰ ਉਹ ਯੂਨੀਵਰਸਿਟੀ ਦੇ ਮਸਲਿਆਂ ਤੋਂ ਜਾਣੂ ਸੀਗੇ, ਪਰ ਐਜ਼ ਏ ਵਾਈਸ ਚਾਂਸਲਰ ਅਸੀਂ ਦੇਖਿਆ ਸੀ ਕਿ ਬਹੁਤ ਸਾਰੀਆਂ, ਕਿਉਂਕਿ ਜਦੋਂ ਉਹਨਾਂ ਦਾ ਅਹੁਦਾ ਚੇਂਜ ਹੋਇਆ ਤਾਂ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਸੀ, ਉਹਨਾਂ ਨੇ ਸਾਡੀਆਂ ਬਹੁਤ ਸਾਰੀਆਂ ਮੰਗਾਂ ਮੰਨੀਆਂ ਵੀ, ਪਰ ਬਹੁਤ ਸਾਰੀਆਂ ਮੰਗਾਂ ਤੇ ਜਿਹੜਾ ਇੱਕ ਟੋਟਲ ਇੱਕ ਐਟੀਟਿਊਡ ਸੀਗਾ ਰਜਿਸਟਰਾਰ ਡਿਪਾਰਟਮੈਂਟ ਦਾ, ਯੂਨੀਵਰਸਿਟੀ ਦਾ ਹੋਰ ਜਿਹੜਾ ਉੱਪਰਲਾ ਅਮਲਾ ਸੀ, ਉਹ ਐਡਾ ਸੁਖਾਲਾ ਨਹੀਂ ਸੀ ਕਿ ਉਹ ਅਸੀਂ ਉਹਨਾਂ ਨੂੰ ਕਨਵਿੰਸ ਕਰ ਸਕੀਏ। ਬੜੀ ਰੈਜ਼ਿਸਟੈਂਸ ਵੀ ਆਉਂਦੀ ਰਹੀ। ਸਾਨੂੰ ਯਾਦ ਆ ਇੱਕ ਵਾਰੀ ਅਸੀਂ ਐਸਪੀ ਸਾਹਿਬ ਨਾਲ ਫੀਸਾਂ ਦੇ ਵਾਧੇ ਤੇ ਸਟ੍ਰਾਈਕ ਦੀ ਗੱਲ ਕੀਤੀ ਤੇ ਉਹ ਕਹਿੰਦੇ ਕਿ ਤੁਸੀਂ ਤੇ 2-2 4-4 ਹਜ਼ਾਰ ਪਿੱਛੇ ਅੜ ਰਹੇ ਆ, ਮੇਰੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਤੇ ਉਹ ਤੇ 10-10 20-20 40-40 ਹਜ਼ਾਰ ਫੀਸ ਦਿੰਦੇ ਆ, ਤੁਹਾਨੂੰ ਪਤਾ ਨਹੀਂ ਫੀਸ ਵਾਧਾ ਕੀ ਹੁੰਦਾ। ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਇਹੋ ਹੀ ਪ੍ਰਾਈਵੇਟ ਜਿਹੜੇ ਵਿਦਿਅਕ ਅਦਾਰੇ ਉਹਨਾਂ 'ਚ ਤੇ ਸਰਕਾਰੀ ਅਦਾਰਿਆਂ 'ਚ ਆ, ਇਹ ਅਸੀਂ ਇਸ ਕਰਕੇ ਇਹਦੇ ਹੱਕ 'ਚ ਆ ਕਿ ਆਮ, ਕਿਉਂਕਿ ਯੂਨੀਵਰਸਿਟੀ 'ਚ ਜਿਹੜੇ ਬਹੁਤ ਸਾਰੇ ਵਿਦਿਆਰਥੀ ਪਿੰਡੂ ਖੇਤਰ 'ਚੋਂ ਆਏ ਸੀ ਤੇ ਉਹ ਨਹੀਂ ਸੀ ਅਫੋਰਡ ਕਰ ਸਕਦੇ। ਹੁਣ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਮੈਂ ਜਾ ਕੇ ਵੇਖਿਆ ਕਿ ਉਹ ਗਰੀਬ ਬਿਲਕੁਲ ਮਨਫੀ ਹੋ ਗਿਆ ਉਹਦੇ 'ਚੋਂ, ਕਿਉਂਕਿ ਰੈਜ਼ਿਸਟੈਂਸ ਨਹੀਂ ਰਹੀ ਸਟੂਡੈਂਟਸ ਵੱਲੋਂ। ਬਾਅਦ 'ਚ ਵਿਦਿਆਰਥੀ ਜਥੇਬੰਦੀਆਂ ਤਕੜੀਆਂ ਹੋਈਆਂ, ਪਰ ਨਾ ਹੁਣ ਕਰਕੇ ਲੱਖ 2-2 ਲੱਖ 4-4 ਲੱਖ ਫੀ ਹੋ ਗਈ। ਅਸੀਂ ਤੇ $2500 $4000 5000 ਜਦੋਂ ਹੋਈ ਉਹ ਤੋਂ ਵਧਣ ਲੱਗੀ ਸੀ ਉਦੋਂ ਵਿਰੋਧ ਕਰਦੇ ਰਹੇ। ਪਰ ਓਵਰਆਲ ਉਹ ਕਾਫੀ ਸਮੱਸਿਆਵਾਂ ਸਮਝਦੇ ਸੀ, ਪਰ ਸਾਨੂੰ ਕਾਫੀ ਔਕੜਾਂ ਵੀ ਆਈਆਂ ਵਿਦਿਆਰਥੀ ਮਸਲੇ ਆ ਉਹਨਾਂ ਤੱਕ ਪਹੁੰਚਾਉਣ ਤੇ ਉਹਨਾਂ ਸੁਲਝਾਉਣ 'ਚ। ਹੁੰਦਰ ਸਾਹਿਬ, ਇੱਕ ਮੈਨੂੰ ਇਹ ਦੱਸੋ ਕਿ ਜਿਵੇਂ ਤੁਹਾਡੇ ਪਿਤਾ ਜੀ ਵੱਡੇ ਲੇਖਕ ਨੇ, ਬੜਾ ਨਾਂ ਉਹਨਾਂ ਦਾ, ਤੇ ਤੁਹਾਨੂੰ ਸ਼ਾਇਦ ਦੀ ਚੇਟਕ ਵੀ ਲੱਗੀ ਉਹਨਾਂ ਕੋਲ ਕਿ ਨਹੀਂ? ਕੋਈ ਲਿਖਣ ਪੜ੍ਹਨ ਵਾਲੇ ਪਾਸੇ ਕਦੀ ਕੋਈ ਲੋਕ ਪੱਖੀ ਸਾਹਿਤ ਪੜ੍ਹਿਆ ਤੇ ਬਹੁਤ ਹੋਏਗਾ, ਕੁਝ ਲਿਖਣ ਵਾਲੇ ਪਾਸੇ ਕਦੀ ਤੁਹਾਡਾ ਧਿਆਨ ਗਿਆ ਹੋਵੇ, ਕੋਈ ਰਚਨਾ ਇਹੋ ਜਿਹੀ ਕੀਤੀ ਹੋਵੇ, ਕਹਾਣੀ ਜਾਂ ਕੁਝ ਇਸ ਤਰ੍ਹਾਂ ਦੀ ਗੱਲ? ਨਹੀਂ, ਇਦਾਂ ਮੈਂ ਕੁਝ ਕ੍ਰੀਏਟਿਵ ਵਰਕ ਤੇ ਕੋਈ ਨਹੀਂ ਕੀਤਾ। ਹਾਂ, ਲੇਖ ਲਿਖਦਾ ਰਿਹਾ, ਇੱਥੇ ਵੀ ਅਖਬਾਰਾਂ ਵਾਲੀ ਵਿੱਚ ਲੇਖ ਲਿਖਦਾ ਰਹਿਣਾ, ਤੇ ਪਰ ਇਦਾਂ ਦਾ ਕੋਈ ਜਿਵੇਂ ਕਵਿਤਾ ਕਹਾਣੀ ਉਹਦੇ ਵਿੱਚ ਮੇਰਾ ਕੋਈ ਨਹੀਂ ਹੈਗਾ। ਪਿਤਾ ਜੀ ਲਗਾਤਾਰ ਇਨਕਰਜ ਕਰਦੇ ਰਹੇ। ਮੈਂ ਕਿਊਬਾ ਗਿਆ ਸੀ, ਉਹਨਾਂ ਨੇ ਮੇਰੀ ਸਪੈਸ਼ਲ ਡਿਊਟੀ ਲਾਈ ਕਿ ਤੂੰ ਕਿਊਬਾ ਦਾ ਜਿਹੜਾ ਸਫ਼ਰਨਾਮਾ ਉਹ ਲਿਖਣਾ ਜ਼ਰੂਰ, ਤੇ ਮੈਂ ਸਾਰੇ ਪੁਆਇੰਟਸ ਵੀ ਲਏ, ਕੁਝ 2-4 ਚੈਪਟਰ ਵੀ ਲਿਖੇ, ਪਰ ਉਹ ਮੇਰਾ ਸਿਰੇ ਨਹੀਂ ਲੱਗਿਆ। ਉਹ ਲਗਾਤਾਰ ਮੈਨੂੰ ਇਸ ਚੀਜ਼ ਦਾ ਅਲਾਂਭਾ ਦਿੰਦੇ ਕਿ ਤੂੰ ਜਿੱਦਾਂ, ਕਿਉਂਕਿ ਉਹ ਬੜਾ ਨਿੱਠ ਕੇ ਲਿਖਦੇ ਆ, ਉਹ ਜਿੱਥੇ ਵੀ ਜਾਣ ਆਉਂਦੇ ਮੈਂ ਰਾਤ ਨੂੰ ਨੋਟਸ ਲੈ ਕੇ ਸੌਂਦਾ ਵੀ ਜੇ ਤੂੰ ਕਿਊਬਾ ਗਿਆ ਤੂੰ ਸਾਰੇ ਦਿਨ ਦੀ ਆਬਜ਼ਰਵੇਸ਼ਨ ਨੂੰ ਰਾਤ ਲਿਖਣਾ, ਔਰ ਮੈਂ ਲਿਖਦਾ ਰਿਹਾ। ਪਰ ਦੇਖੋ, ਔਰ ਮੇਰਾ ਇਹ ਹੈ ਕਿ ਕੁਝ ਲਿਖਿਆ ਜਾਣਾ ਚਾਹੀਦਾ,
ਤੋਂ ਇੱਕ ਦੋ ਕਹਾਣੀਆਂ ਲਿਖਣ ਦਾ ਮੇਰਾ ਹੈ, ਮੇਰੇ ਜਿਹੜੀਆਂ ਚੌਕਟੇ 'ਚ ਇਸ ਵੇਲੇ ਇੱਕ ਵਾਰੀ ਚੇਟਕ ਲੱਗਣ ਦੀ ਗੱਲ ਹੈ, ਸ਼ੁਰੂ ਹੋ ਗਿਆ ਤੇ ਫਿਰ ਆਪਣੇ ਆਪ ਹੋ ਜਾਂਦਾ। ਅੱਛਾ ਹੁੰਦਰ ਸਾਹਿਬ, ਸਾਨੂੰ ਇਹ ਦੱਸੋ ਵੀ ਤੁਸੀਂ ਜਦੋਂ ਕੈਨੇਡਾ ਪਹੁੰਚੇ ਤੇ ਇੱਥੇ ਦਾ ਹਾਲਾਤ ਬਿਲਕੁਲ ਡਿਫਰੈਂਟ ਹੈ ਆਪਣੇ ਮੁਲਕ ਨਾਲੋਂ। ਸ਼ੁਰੂਆਤੀ ਦੌਰ 'ਚ ਸਾਰਿਆਂ ਨੂੰ ਬੜੀਆਂ ਦੁਸ਼ਵਾਰੀਆਂ ਹੁੰਦੀਆਂ, ਜ਼ੀਰੋ ਤੋਂ ਆ ਕੇ ਸ਼ੁਰੂ ਕਰਨਾ ਪੈਂਦਾ ਹੈ। ਇੱਥੇ ਤੁਸੀਂ ਕਿਸ ਤਰ੍ਹਾਂ ਦੇ ਮਾਹੌਲ 'ਚੋਂ ਗੁਜ਼ਰੇ ਤੇ ਹੁਣ ਤੁਸੀਂ ਰੀਅਲ ਸਟੇਟ ਦੇ ਬ੍ਰੋਕਰ ਵਜੋਂ ਏਜੰਟ ਵੱਲੋਂ ਕੰਮ ਕਰ ਰਹੇ ਹੋ, ਤੇ ਜਿਹੜੀ ਲਾਈਫ ਆ ਉਹਦਾ ਕੀ ਡਿਫਰੈਂਸ ਵੇਖਦੇ ਹੋ ਤੇ ਕਿਸ ਤਰ੍ਹਾਂ ਦਾ ਸੰਘਰਸ਼ ਇੱਥੇ ਆ ਕੇ ਕਰਨਾ ਪਿਆ, ਤੇ ਲਾਈਫ ਜਿਹੜੀ ਆ ਇੱਥੇ ਵਾਲੀ ਜਿਹੜੀ ਸਖਾਲੀ ਲਾਈਫ ਦੇ ਕਰਕੇ ਅਸੀਂ ਆਉਨੇ ਆ, ਕਿ ਸੱਚਮੁੱਚ ਉਹ ਸਖਾਲੀ ਆ? ਇੱਥੋਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਬਿਲਕੁਲ ਜੀ, ਜਦੋਂ ਮੈਂ ਆਇਆ ਤੇ ਬਿਲਕੁਲ ਇੱਕ ਵੱਖਰੀ ਤਰ੍ਹਾਂ ਦਾ ਮਾਹੌਲ ਸੀ। ਮੈਨੂੰ ਜਦੋਂ ਮੈਂ ਕੈਨੇਡਾ ਆਇਆ ਤੇ ਮੈਂ ਜੇ ਸ਼ਾਮੀ ਆਇਆ ਤੇ ਮੈਂ ਜਦੋਂ ਸਵੇਰੇ ਉੱਠਿਆ ਤੇ ਮੈਨੂੰ ਇਦਾਂ ਲੱਗਾ ਜਿੱਦਾਂ ਕਰਫਿਊ ਲੱਗਾ ਹੁੰਦਾ। ਉਸ ਮਹੱਲੇ 'ਚ ਮੈਨੂੰ ਕੋਈ ਬੰਦਾ ਨਹੀਂ ਦਿਖਿਆ, ਤੇ ਕਿਉਂਕਿ ਮੈਂ ਪੰਜਾਬ ਦੇ ਉਸ ਕਾਲੇ ਦੌਰ ਦੀ ਸਮੇਂ ਦੀ ਸੀ, ਕਿਉਂਕਿ ਪੰਜਾਬ 'ਚ ਕਰਫਿਊ ਬੜੇ ਲੱਗਦੇ ਸੀ। ਤੇ ਮੈਂ ਆਪਣੇ ਕਜ਼ਨ ਨੂੰ ਸ਼ਾਮ ਨੂੰ ਆ ਕੇ ਪੁੱਛਿਆ, ਯਾਰ ਕੋਈ ਗੱਲ ਹੋ ਗਈ ਵੀ ਦਿਸਦਾ ਨਹੀਂ ਕੋਈ ਗਲੀ 'ਚ, ਕੋਈ ਸ਼ਾਂਤਾ ਹੀ ਨਹੀਂ ਦਿਸਦਾ। ਤੇ ਉਹ ਕਹਿੰਦਾ ਵੀ ਇਹਦਾ ਆਦੀ ਹੋ ਜਾਏ, ਇੱਥੇ ਦਾ ਲਾਈਫ ਸਟਾਈਲ ਆ। ਤਾਂ ਕਾਫੀ ਮਿਹਨਤ ਕਰਨੀ ਪਈ ਜੀ, ਕਿਉਂਕਿ ਮੈਂ ਇੰਡੀਆ ਤੋਂ MSc MBA ਤੇ B.Ed ਕੀਤੀ ਸੀ। ਤਾਂ ਮੈਂ ਉਹਦੇ ਲਈ ਸ਼ੁਰੂ ਕਰ ਦਿੱਤੀ, ਪਤਾ ਕੀਤਾ ਵੀ ਕਿਵੇਂ ਹੋਵੇ। ਫਿਰ ਮੈਨੂੰ ਕਿਸੇ ਨੇ ਕਿਹਾ ਕਿ ਟੀਚਿੰਗ ਕਰਨੀ ਚਾਹੀਦੀ, ਮੈਂ ਟੀਚਿੰਗ ਦੀ ਪ੍ਰੋਸੈਸ 'ਚ ਪਿਆ। ਔਰ ਟੀਚਿੰਗ ਦੀ ਜੌਬ ਲੈਣੀ ਵੀ ਇੰਨੀ ਖੱਜਲ ਖੁਆਰੀ ਵਾਲਾ ਕੰਮ ਆ। ਮੈਂ ਬੜੇ ਸਕੂਲਾਂ 'ਚ ਵੋਲੰਟੀਅਰ ਵਰਕ ਕੀਤਾ, ਆਪਣੀ ਕੁਆਲੀਫਿਕੇਸ਼ਨ ਲਈ, ਮੈਨੂੰ ਬਿਲਕੁਲ ਜੌਬ ਨਹੀਂ ਮਿਲੀ। ਮੈਂ ਪੀਲ ਸਕੂਲ ਬੋਰਡ 'ਚ ਵੀ ਇੰਟਰਵਿਊਜ਼ ਦਿੱਤੀਆਂ, ਯੂਰਪ 'ਚ ਮੇਰੀ ਹੋਈ ਸਿਲੈਕਸ਼ਨ। ਉਹਨਾਂ ਕਿਹਾ ਜੀ ਤੇਰੇ ਰੈਫਰੈਂਸ ਨਹੀਂ ਆਉਂਦੇ। ਮੈਨੂੰ 2-3 ਮਹੀਨੇ ਵੇਟ ਕਰਾ ਕੇ ਬਾਅਦ 'ਚ ਉਹਨਾਂ ਨੇ ਕਹਿ ਦਿੱਤਾ ਕਿ ਤੇਰੀ ਜੌਬ ਗਈ। ਤਾਂ ਮੈਂ ਕਾਫੀ ਆਡ ਜੌਬਸ ਕੀਤੀਆਂ, ਵੇਅਰ ਹਾਊਸ 'ਚ ਕੰਮ ਕੀਤਾ। ਫਿਰ ਮੈਂ ਕਾਫੀ ਲੰਮਾ ਸਮਾਂ ਟਰੱਕ ਵੀ ਚਲਾਇਆ। ਉਹਦੇ ਨਾਲ ਫਿਰ ਟੀਚਿੰਗ ਦੀ ਜੌਬ ਮੈਨੂੰ ਲੰਡਨ ਮਿਲੀ ਜੀ। ਮੈਂ 2-2.5 ਸਾਲ ਲੰਡਨ ਸਪਲਾਈ ਟੀਚਿੰਗ ਕੀਤੀ। ਫਿਰ ਉਹ ਥੋੜਾ ਦੂਰ ਹੋਣ ਕਰਕੇ, ਛੋਟੇ ਬੱਚੇ ਹੀ, ਉਹ ਮੁੜ ਕੇ ਬੇਟਾ ਉਹਦਾ ਜਨਮ ਹੋਇਆ, ਤਾਂ ਮੈਂ ਬੜਾ ਬਿਜ਼ੀ ਸੀ। ਉਹਦੇ ਵਿੱਚ ਮਿਨੀਮਮ ਡੇਜ਼ ਮੈਂ ਨਹੀਂ ਕਰ ਸਕਿਆ, ਮੈਂ ਛੱਡ ਦਿੱਤੀ ਉਹ। ਮੈਂ ਕਿਹਾ ਮੈਂ ਇੱਥੇ ਟਰਾਈ ਕਰਦਾ, ਇੱਥੇ ਫਿਰ ਮੈਨੂੰ ਮਿਲੀ ਨਹੀਂ। ਫਿਰ ਮੈਂ ਨਾਲ ਰੀਅਲ ਸਟੇਟ ਦਾ ਲੈ ਲਿਆ, ਫਿਰ ਟਰੱਕ ਵੀ ਚਲਾਉਂਦਾ ਰਿਹਾ। ਫਿਰ ਵਾਈਫ ਪੜ੍ਹਨ ਲੱਗ ਪਈ। ਤਾਂ ਕਾਫੀ ਸਟਰਗਲ ਵਾਲੀ ਲਾਈਫ ਜਿਹੜੀ ਕੈਨੇਡਾ 'ਚ ਰਹੀ। ਉਹ ਮੈਨੂੰ ਲੱਗਦਾ ਕਿ ਹਰ ਇਨਸਾਨ ਦੀ ਜਿਹੜੇ ਆਰੰਭਕ ਵਰੇ ਹੁੰਦੇ ਆ ਉਹ ਬੜੇ ਸਟਰਗਲ ਦੇ, ਹਾਰਡਸ਼ਿਪ ਦੇ, ਪਰਿਵਾਰ ਤੋਂ ਦੂਰ, ਨਵਾਂ ਮਾਹੌਲ। ਪਰ ਹੌਲੀ ਹੌਲੀ ਫਿਰ ਜਿਉਂ-ਜਿਉਂ ਜ਼ਿੰਦਗੀ ਜਿਹੜੀ ਉਹ ਸਿਖਾਵੀ ਹੁੰਦੀ ਗਈ। ਹੁੰਦਰ ਸਾਹਿਬ, ਕਦੀ ਇਸ ਗੱਲ ਦਾ ਪਛਤਾਤਾਪ ਹੋਇਆ ਕਿ ਉੱਥੇ ਸਾਡੇ ਵਰਗੇ, ਤੁਹਾਡੇ ਵਰਗੇ ਜਿਹੜੇ ਲੋਕ ਸੀ, ਤੁਹਾਡੇ ਵਰਗੇ ਸੁਲਝੇ ਲੋਕ ਜਿਨ੍ਹਾਂ ਨੇ ਸਟਰਗਲ ਕੀਤੀ ਸੀ, ਚੰਗੀ ਪੜ੍ਹਾਈ ਕੀਤੀ ਸੀ, ਉਸ ਸੁਸਾਇਟੀ ਤੋਂ ਕਾਫੀ ਸਾਨੂੰ ਮਦਦ ਵੀ ਮਿਲੀ ਉੱਥੇ ਪਹੁੰਚਣ 'ਚ, ਤੇ ਜਦੋਂ ਦੇਣ ਦਾ ਮੌਕਾ ਆਇਆ ਤੇ ਅਸੀਂ ਉਹ ਛੱਡ ਕੇ ਕੰਟਰੀ ਆ ਗਏ ਹਾਂ। ਤੇ ਜਿਸ ਤਰ੍ਹਾਂ ਹੁਣ ਉੱਥੇ ਲੋਕ ਸੰਘਰਸ਼ ਕਰ ਰਹੇ ਆ, ਕਿਸਾਨ ਮੂਵਮੈਂਟ ਚੱਲ ਰਹੀ ਆ, ਚੇਤਨਾ ਦਾ ਯੁੱਗ ਵਾਪਸ ਪਰਤ ਰਿਹਾ ਆ, ਤੇ ਮਨ ਕਦੀ ਹਲਾਰਾ ਮਾਰਦਾ ਕਿ ਉਹ ਜਿਹੜੀ ਪਿੱਛੇ ਛੱਡੀ ਸਾਡੀ ਧਰਤੀ ਆ ਉਹਦੇ ਨਾਲ ਸਾਡੀਆਂ ਮੋਹ ਦੀਆਂ ਤੰਦਾਂ ਤਾਂ ਉਦਾਂ ਹੀ ਨੇ। ਤੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਇਹ ਆਪਣਾ ਫੈਸਲਾ ਸਹੀ ਲੱਗਦਾ ਕਿ ਇੱਥੇ ਆ ਕੇ ਜ਼ਿੰਦਗੀ ਸੌਖੀ ਕਰ ਲੈਣਾ ਚਾਹੀਦੀ ਸੀ, ਜਾਂ ਉੱਥੇ ਸਟਰਗਲ ਕਰਕੇ ਉਸ ਜਿਹੜਾ ਸਮਾਜ ਆ ਉਹਨੂੰ ਚੰਗੇ ਪਾਸੇ ਲਾਉਣ ਲਈ ਸਾਨੂੰ ਯਤਨ ਕਰਨੇ ਚਾਹੀਦੇ ਸੀਗੇ? ਇਹਦੇ ਬਾਰੇ ਤੁਸੀਂ ਥੋੜਾ ਜਿਹਾ ਦੱਸੋ। ਹਰਜੀਤ ਜੀ, ਜਿਵੇਂ ਤੁਸੀਂ ਕਿਹਾ, ਮੈਂ ਜਦੋਂ ਯੂਨੀਵਰਸਿਟੀ 'ਚ ਬਹੁਤ ਜ਼ਿਆਦਾ ਐਕਟਿਵ ਪੋਲੀਟੀਕਲ ਜਿਹੜਾ ਰੋਲ ਅਦਾ ਕੀਤਾ, ਉੱਥੇ ਮੈਂ ਇਹ ਨਿਸ਼ਚੈ ਕਰ ਲਿਆ ਸੀ ਕਿ ਮੈਂ ਆਪਣੀ ਜਿਹੜੀ ਵਿਦਿਆਰਥੀ ਜੀਵਨ ਤੋਂ ਬਾਅਦ ਦੀ ਜ਼ਿੰਦਗੀ ਹੋਣੀ, ਮੇਰੀ ਜਿਹੜੀ ਪ੍ਰੋਫੈਸ਼ਨਲ ਕੋਈ ਨੌਕਰੀ ਹੋਈ, ਉਹਦੇ ਨਾਲ ਮੈਂ ਸੋਸ਼ਲ ਤੇ ਪੋਲੀਟੀਕਲ ਕੰਮ ਲਗਾਤਾਰ ਕਰਦੇ ਰਹਿਣਾ। ਤੇ ਮੈਂ ਜਦੋਂ ਕੈਨੇਡਾ ਆ ਗਿਆ ਤਾਂ ਮੈਂ ਉਸ ਚੀਜ਼ ਨੂੰ ਇੱਥੇ ਕਾਇਮ ਰੱਖਿਆ। ਔਰ ਮੈਂ ਬਹੁਤ ਜਲਦੀ ਆ ਕੇ ਇਸ ਪੋਲੀਟੀਕਲ ਐਂਗਲ ਤੋਂ ਮੈਂ ਦੇਖਿਆ ਕਿ ਕਿਹੜੀ ਧਿਰ ਵਾ। ਤਾਂ ਫਿਰ ਮੈਂ ਕਮਿਊਨਿਸਟ ਪਾਰਟੀ ਆਫ ਕੈਨੇਡਾ 'ਚ, ਕਿਉਂਕਿ ਕੁਝ ਪੁਰਾਣੇ ਦੋਸਤ ਮਿੱਤਰ ਡੈਡੀ ਹੋਰਾਂ ਦੇ ਵੀ, ਤਾਂ ਮੈਂ ਫਿਰ ਉਹਨੂੰ ਜੁਆਇਨ ਕੀਤਾ। ਔਰ ਉਦੋਂ ਤੋਂ ਹੀ ਫਿਰ ਮੈਂ ਲਗਾਤਾਰ ਕੰਮ ਕੀਤਾ। ਤਾਂ ਮੈਂ ਇਹ ਸਮਝਦਾ ਸੀ ਕਿ ਜਿਹੜੀ, ਜਿਵੇਂ ਕਹਿੰਦੇ ਸਾਰੇ ਜਹਾਨ ਦਾ ਮੈਂ, ਸਾਰਾ ਜਹਾਨ ਮੇਰਾ। ਤਾਂ ਮੈਂ ਸੋਚਿਆ ਸੀ ਕਿ ਜ਼ਿੰਦਗੀ ਦੇ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਗਿਆ, ਉੱਥੇ ਦੀ ਜਿਹੜੀ ਇੱਕ ਸਟਰਗਲ ਕਰਨ ਵਾਲੀ ਧਿਰ ਵਾ, ਜਿਹੜੀ ਲੋਕਾਂ ਦੇ ਹਿੱਤ ਲਈ ਲੜਨ ਵਾਲੀ ਧਿਰ ਵਾ, ਇੱਕ ਚੰਗੇ ਸਮਾਜ ਦੀ ਸਿਰਜਣਾ ਲਈ ਜਿਹੜੀ ਇੱਕ ਲੜ ਰਹੀ ਧਿਰ ਵਾ, ਖੱਬੇ ਪੱਖੀ। ਤਾਂ ਮੈਨੂੰ ਕਮਿਊਨਿਸਟ ਪਾਰਟੀ ਲੱਗੀ ਕਿ ਇਹ ਲੋਕਾਂ ਲਈ ਨਿਸ਼ਕਾਮ ਸੇਵਾ 'ਚ ਲੱਗੀ। ਤਾਂ ਮੈਂ ਆਰੰਭਕ ਵਰਿਆਂ 'ਚ ਹੀ ਲੱਗ ਗਿਆ। ਤਾਂ ਮੈਨੂੰ ਇਹ ਤਸੱਲੀ ਰਹੀ ਕਿ ਮੈਂ ਕਿਹਾ ਜੇ ਮੈਂ ਇੰਡੀਆ ਵੀ ਹੁੰਨਾ ਤੇ ਮੈਂ ਲੋਕਾਂ ਲਈ ਗੱਲ ਕਰਨੀ, ਔਰ ਜਿਹੜੀਆਂ ਸਟਰਗਲ ਕਰ ਰਹੀਆਂ ਧਿਰਾਂ ਉਹਨਾਂ ਲਈ ਹਜੇ ਵੀ ਸੋਲੀਡੈਰਿਟੀ ਉਵੇਂ ਹੀ ਆ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਆਪਣੀ ਹੈਲਪ ਕਰਦੇ ਰਹੀਦਾ। ਪਰ ਕੈਨੇਡਾ 'ਚ ਵੀ ਉਹ ਜਿਹੜੀ ਭਾਵਨਾ, ਉਹ ਜਿਹੜੀ ਚਿਣ ਗਈ, ਉਹਨੂੰ ਲਗਾਤਾਰ ਰੱਖਿਆ ਕਾਇਮ। ਤੇ ਉਹਦਾ ਕਰਕੇ ਫਿਰ ਇੰਨਾ ਨਹੀਂ ਫੀਲ ਹੋਇਆ। ਹੁੰਦਾ ਜ਼ਰੂਰ ਆ, ਜਿਵੇਂ ਤੁਸੀਂ ਆਨੇ ਆਪਣੀ ਜਨਮ ਭੂਮੀ ਨੂੰ ਛੱਡ ਕੇ ਆਉਣ ਦਾ ਇੱਕ ਬਹੁਤ ਵੱਡਾ 5 ਤੋਂ 10 ਸਾਲ ਤੇ ਮੈਨੂੰ ਲੱਗਦਾ ਲੱਗ ਹੀ ਜਾਂਦੇ ਹੌਲੀ ਹੌਲੀ ਇਹਦੇ 'ਚ ਡਿਸੋਲਵ ਹੋਣ। ਹੁੰਦਰ ਸਾਹਿਬ, ਆਪਾਂ ਜਿਹੜੇ ਜਿੱਥੇ ਰਹਿ ਰਹੇ ਹਾਂ, ਇਹ ਸਰਮਾਏਦਾਰੀ ਢਾਂਚੇ ਦੇ ਵਿੱਚ ਚੱਲ ਰਹੀ ਇੱਕ ਇੱਥੋਂ ਦੀ ਸੁਸਾਇਟੀ ਹੈ ਸਾਰੀ,
ਯਾਨੀ ਕਿ ਕੈਪੀਟਲਿਸਟ ਸਮਾਜ ਦਾ ਹਿੱਸਾ ਆ। ਤੇ ਇੱਥੋਂ ਦੇ ਪੋਲੀਟੀਕਲ ਸਿਸਟਮ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਜਿਹੜੀਆਂ ਰਵਾਇਤੀ 3 ਪਾਰਟੀਆਂ ਇੱਥੇ ਕਰਦੀਆਂ, ਕੰਜ਼ਰਵੇਟਿਵ, ਲਿਬਰਲ ਤੇ ਐਨਡੀਪੀ। ਐਨਡੀਪੀ 'ਚ ਵੀ ਕਿਹਾ ਜਾਂਦਾ ਕਿ ਕਾਫੀ ਸਾਰਾ ਰੁਝਾਨ ਜਿਹੜਾ ਪ੍ਰੋਗਰੈਸਿਵ ਹੁੰਦਾ, ਉਹਦੇ ਵਿੱਚ ਲੈਫਟ ਵਾਲੀ ਸੋਚ ਵਾਲੇ ਕਾਫੀ ਲੋਕ ਉਹਦੇ 'ਚ ਵੀ ਇਨਵੋਲਵ ਹੁੰਦੇ ਆ। ਤੁਸੀਂ ਇਸ ਸਿਸਟਮ ਨੂੰ ਕਿੱਦਾਂ ਆਪਣੀ ਨਜ਼ਰ ਨਾਲ ਪੜ੍ਹਦੇ ਹੋ? ਮੈਂ ਆਖਰੀ ਸਵਾਲ ਹੀ ਤੁਹਾਨੂੰ ਕਰਨਾ ਹੈ, ਬਿਲਕੁਲ ਸਮਾਂ ਆਪਣੇ ਕੋਲ। ਇਹ ਜਿਵੇਂ ਸਰਮਾਏਦਾਰ ਪਾਰਟੀਆਂ ਲਿਬਰਲ ਕੰਜ਼ਰਵੇਟਿਵ ਤੇ ਹੈ ਹੀ ਆ, ਇੱਕ ਤੇ ਬੜੀ ਰਾਈਟ ਪਾਰਟੀ ਆ, ਲਿਬਰਲ ਨੂੰ ਸੈਂਟਰ 'ਚ ਮੰਨਿਆ ਜਾਂਦਾ। ਬਹੁਤ ਲੰਮਾ ਸਮਾਂ ਲੋਕ ਐਨਡੀਪੀ ਨੂੰ ਲੈਫਟ ਦੀ ਪਾਰਟੀ ਮੰਨਦੇ ਰਹੇ, ਪਰ ਬਹੁਤ ਵਾਰੀ ਲੋਕ ਇਹ ਕਹਿ ਦਿੰਦੇ ਕਿ ਸਾਡੇ ਕੋਲ ਇੱਕ ਕੰਜ਼ਰਵੇਟਿਵ ਆ ਤੇ 2 ਲਿਬਰਲ ਪਾਰਟੀਆਂ ਵਾ। ਤੋ ਇਹਦੇ 'ਚ ਜਿਹੜਾ ਇਹ ਪ੍ਰਬੰਧ ਵਾ, ਇਹਦੇ 'ਚ ਇਹ ਚਾਹੁੰਦੇ ਆ, ਤੁਸੀਂ ਦੇਖੋ ਬਹੁਤ ਵਾਰੀ ਇਸ ਤਰ੍ਹਾਂ ਹਮਲਾ ਹੋਇਆ ਕਿ ਲਿਬਰਲ ਕੰਜ਼ਰਵੇਟਿਵ ਪਾਰਟੀਆਂ ਨੇ ਜਾਂ ਇੱਥੇ ਜਿਹੜੀਆਂ ਰੂਲਿੰਗ ਪਾਰਟੀਆਂ, ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਅਮਰੀਕਾ ਵਾਂਗੂ ਅਸੀਂ 2 ਪਾਰਟੀ ਸਿਸਟਮ ਕਰਦੀ ਔਰ ਛੋਟੀਆਂ ਪਾਰਟੀਆਂ ਲਈ ਔਕੜਾਂ ਪੈਦਾ ਕਰੀਏ। ਕਮਿਊਨਿਸਟ ਪਾਰਟੀ ਲਈ ਵੀ ਇਹਨਾਂ ਨੇ ਇੱਕ ਕੰਡੀਸ਼ਨ ਰੱਖੀ ਸੀ ਕਿ ਤੁਸੀਂ 100 ਕੈਂਡੀਡੇਟ ਖੜੇ ਕਰੋ ਤੇ ਹਰ ਕੈਂਡੀਡੇਟ ਲਈ 100 ਬੰਦਾ ਸਿਗਨੇਚਰ ਕਰੇ। ਉਹਦੇ ਨਾਲ ਬਹੁਤ ਡੀ ਰਜਿਸਟਰਡ ਹੋ ਗਈਆਂ ਪੋਲੀਟੀਕਲ ਪਾਰਟੀਆਂ, ਕਮਿਊਨਿਸਟ ਪਾਰਟੀ ਵੀ ਹੋ ਗਈ। ਉਹਦੇ ਲਈ ਫਿਰ ਕਮਿਊਨਿਸਟ ਪਾਰਟੀ ਨੇ ਇੱਕ ਸਟਰਗਲ ਲੜੀ, ਸੁਪਰੀਮ ਕੋਰਟ 'ਚ ਕੇਸ ਖੜਿਆ, ਤੋਂ ਲਗਾਤਾਰ ਚੱਲ ਰਿਹਾ। ਐਨਡੀਪੀ ਵੀ ਕਾਫੀ ਜਿਹੜੀ ਸੋਸ਼ਲ ਡੈਮੋਕ੍ਰੇਟ ਪਾਰਟੀ ਆ, ਪਰ ਜਦੋਂ ਅਸੀਂ ਬਹੁਤ ਸਾਰੇ ਉਹਦੇ ਅੰਦਰ ਲੈਫਟ ਸੈਕਸ਼ਨ ਹੈ, ਪਰ ਜਦੋਂ ਅਸੀਂ ਬਹੁਤ ਵਾਰੀ ਵੇਖਦੇ ਆ ਐਨਡੀਪੀ ਦੀਆਂ ਵੀ ਬਹੁਤ ਸਾਰੀਆਂ ਪੋਜੀਸ਼ਨਸ ਜਿਹੜੀਆਂ ਵਾ ਕਈ ਵਾਰੀ ਸਾਨੂੰ ਬੜੀਆਂ ਸੈਂਟਰਿਸਟ ਲੱਗਦੀਆਂ, ਕਈ ਵਾਰੀ ਸਾਨੂੰ ਲਿਬਰਲ ਪਾਰਟੀ ਚੋਣਾਂ 'ਚ ਜ਼ਿਆਦਾ ਲੈਫਟ ਟਿਲਟ ਹੋਈ ਲੱਗਦੀ ਐਨਡੀਪੀ ਨਾਲੋਂ। ਤੋਂ ਕਾਫੀ ਜਿਹੜਾ ਇੱਥੇ ਦਾ ਪੋਲੀਟੀਕਲ ਸਿਸਟਮ ਆ, ਇਹਦੇ 'ਚ ਜਿਹੜੇ ਵਿਗਾੜ ਦੇ ਰੂਪ 'ਚ ਜਾਂ ਜਿਹੜੇ ਕ੍ਰਾਈਸਿਸ ਕੈਪੀਟਲਿਜ਼ਮ ਦੇ ਔਰ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਸਰਮਾਏਦਾਰ ਧਿਰਾਂ ਦੇ ਹਿੱਤ ਲਈ ਖਲੋਣ ਦੀ ਜਿਹੜੀ ਟੈਂਡੈਂਸੀ ਆ, ਔਰ ਲੋਕਾਂ ਲਈ ਜਿਹੜਾ ਲਗਾਤਾਰ ਸੰਕਟ ਆਸਟੈਰਿਟੀ ਦੇ ਨਾਂ ਤੇ ਪੈਦਾ ਕੀਤਾ ਜਾ ਰਿਹਾ, ਉਹਦੇ ਜਿਹੜੀਆਂ ਹੋਰ ਪ੍ਰੋਗਰੈਸਿਵ ਪਾਰਟੀਆਂ ਵਾ ਇਨਕਲੂਡਿੰਗ ਕਮਿਊਨਿਸਟ ਪਾਰਟੀ, ਉਹਨਾਂ ਨੇ ਇੱਕ ਸਪੇਸ ਜਿਹੜੀ ਕ੍ਰੀਏਟ ਹੋ ਰਹੀ ਆ। ਔਰ ਜਿਹੜੀ ਕੋਲਡ ਵਾਰ ਦੇ ਸਮੇਂ ਦੀ ਇੱਕ ਇਹ ਆਡੀਅנס ਵੋਟਰ ਸੀਗੇ, ਜਿਹੜਾ ਯੂਥ ਆ ਉਹ ਜ਼ਿਆਦਾ ਪ੍ਰੋਗਰੈਸਿਵ ਆ এনवायरमेंट ਦੇ ਮਸਲੇ ਤੇ, ਇਕੁਐਲਿਟੀ ਦੇ, ਸੋਸ਼ਲ ਜਸਟਿਸ ਦੇ। ਤੋਂ ਇਹਦੇ 'ਚ ਜਿਹੜੀ ਉਹਨਾਂ ਰਵਾਇਤੀ ਪਾਰਟੀਆਂ ਤੋਂ ਦੂਸਰੇ ਪਾਸੇ ਵੀ ਇੱਕ ਲੋਕ ਪੱਖੀ ਜਿਹੜੀ ਸਿਆਸਤ ਆ, ਜਿਹੜੀ ਕਮਿਊਨਿਸਟ ਲਹਿਰ ਹੈ ਇੱਥੋਂ ਦੀ, ਕੈਨੇਡਾ ਦੀ ਕਮਿਊਨਿਸਟ ਲਹਿਰ ਆ, ਇਹਦੇ ਜਿਹੜੀ ਪਾਰਲੀਮੈਂਟ ਦੇ ਵਿੱਚ ਜਾਂ ਪਾਰਲੀਮੈਂਟਰੀ ਜਿਹੜੀ ਪੋਲਿਟਿਕਸ ਆ, ਉਹਦੇ ਵਿੱਚ ਤੇ ਮੈਨੂੰ ਲੱਗਦਾ ਨਹੀਂ ਕੋਈ ਉਹਦਾ ਬਹੁਤਾ ਜ਼ਿਆਦਾ ਰੋਲ ਹੋਵੇ। ਤੁਸੀਂ ਸਮਝਦੇ ਹੋ ਕਿ ਜਿਹੜੀ ਪ੍ਰੋਗਰੈਸ ਮੂਵਮੈਂਟ ਆ, ਹੇਠਲੇ ਲੈਵਲ ਤੇ ਲੋਕਾਂ ਦੀ ਮਦਦ ਕਰਕੇ ਤੁਸੀਂ ਆਪਣੀ ਸਪੇਸ ਬਣਾ ਰਹੇ ਹੋ, ਤੇ ਕਮਿਊਨਿਸਟ ਪਾਰਟੀ ਦਾ ਜਿਹੜੀ ਤੁਸੀਂ ਜੁਆਇਨ ਕੀਤਾ, ਉਹਦਾ ਭਵਿੱਖ ਕੀ ਵੇਖਦੇ ਹੋ ਕੈਨੇਡਾ 'ਚ? ਹਰਜੀਤ ਜੀ, 1921 'ਚ ਕਮਿਊਨਿਸਟ ਪਾਰਟੀ ਹੋਂਦ 'ਚ ਆਈ ਸੀ। ਅਸੀਂ ਇਸ ਸਾਲ ਆਪਣਾ 100 ਸਾਲਾ ਮਨਾਇਆ। ਕਮਿਊਨਿਸਟ ਪਾਰਟੀ ਦਾ ਇੱਕ ਬੜਾ ਸ਼ਾਨਦਾਰ ਇਤਿਹਾਸ ਰਿਹਾ। ਕਿਸੇ ਸਮੇਂ ਪਾਰਲੀਮੈਂਟ 'ਚ ਜਿਹੜੀਆਂ ਪ੍ਰੋਵਿੰਸ਼ੀਅਲ ਪਾਰਲੀਮੈਂਟਸ, ਉਹਨਾਂ 'ਚ ਵੀ ਇਹਨਾਂ ਦੇ ਰਹੇ ਬੰਦੇ, ਪਰ ਬਹੁਤ ਰਿਪਰੈਸਿਵ ਪਾਲਿਸੀਜ਼ ਰਹਿਣ ਕਰਕੇ ਕਮਿਊਨਿਸਟ ਪਾਰਟੀ ਨੂੰ 2 ਵਾਰੀ ਇਲੀਗਲ ਵੀ ਕੀਤਾ, ਉਹਦੇ ਨਾਲ ਬੜਾ ਨੁਕਸਾਨ ਹੋਇਆ। ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਵੀ ਕਮਿਊਨਿਸਟ ਪਾਰਟੀ ਆਫ ਕੈਨੇਡਾ ਨੂੰ ਨੁਕਸਾਨ ਹੋਇਆ, ਪਰ ਉਹਨੂੰ ਬਚਾਈ ਰੱਖਿਆ। ਵੈਸੇ ਹੁਣ ਕਮਿਊਨਿਸਟ ਪਾਰਟੀ, ਜਿੱਦਾਂ ਕਿ ਅਸੀਂ ਕਹਿੰਦੇ ਆ ਕਿ ਜਿਹੜਾ ਪੋਲੀਟੀਕਲ ਸਿਸਟਮ ਹੈ ਇਸ ਵੇਲੇ ਫਸਟ ਪਾਸਟ ਦਾ ਪੋਸਟ ਸਿਸਟਮ, ਕਿ ਜਿਹੜਾ ਇੱਕ ਵੋਟ ਵੱਧ ਲੈ ਜੇ ਉਹ ਜਿੱਤਦਾ, ਅਸੀਂ ਕਹਿੰਦੇ ਪ੍ਰਪੋਰਸ਼ਨੇਟ ਸਿਸਟਮ ਹੋਣਾ ਚਾਹੀਦਾ, ਜਿਹੜਾ ਕਿ ਪਰਸੈਂਟੇਜ ਆਫ ਵੋਟ, ਹਾਂ ਵੀ ਜਿੰਨੀ ਕਿਸੇ ਨੂੰ ਪ੍ਰਪੋਰਸ਼ਨੇਟ ਵੋਟ ਪਈ ਆ ਉਸ ਹਿਸਾਬ ਨਾਲ ਉਹਦੀ ਰਿਪਰੈਜ਼ੈਂਟੇਸ਼ਨ ਸਾਰੀਆਂ ਜਿਹੜੀਆਂ ਇਹ ਬੋਡੀਜ਼ ਆ ਉਹਨਾਂ 'ਚ ਹੋਣੀ ਚਾਹੀਦੀ ਆ। ਅਸੀਂ ਇਹਦੀ ਲਗਾਤਾਰ ਮੰਗ ਕਰ ਰਹੇ। ਤਾਂ ਅਸੀਂ ਆਨੇ ਆ ਕਿ ਇਹ ਜਿਹੜਾ ਸਿਸਟਮ ਆ ਜਿਹਦੇ 'ਚ ਪ੍ਰਪੋਰਸ਼ਨੇਟ ਆਵੇ, ਤਾਂ ਇੱਕ ਨਵੀਂ ਸਪੇਸ ਪੈਦਾ ਹੋਊਗੀ এনवायरमेंट ਪੱਖੀ, ਲੇਬਰ ਪੱਖੀ ਜਾਂ ਹੋਰ ਜਿਹੜੀਆਂ ਲੋਕ ਪੱਖੀ ਪਾਰਟੀਆਂ, ਉਹਨਾਂ ਲਈ ਸਪੇਸ ਪੈਦਾ ਹੋਊ, ਇਨਕਲੂਡਿੰਗ ਕਮਿਊਨਿਸਟ ਪਾਰਟੀ ਆਫ ਕੈਨੇਡਾ। ਤਾਂ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਰਿਸਪੌਂਸ ਬਹੁਤ ਆ ਰਿਹਾ। ਕੋਵਿਡ ਦੇ ਸਮੇਂ 'ਚ ਵੀ ਕਮਿਊਨਿਸਟ ਪਾਰਟੀ ਨੂੰ ਬਹੁਤ ਜਿਹੜਾ ਯੂਥ ਵੱਲੋਂ ਜਿਹੜੀ ਕਮਿਊਨਿਸਟ ਕੰਟਰੀਆਂ ਦਾ ਰਿਸਪੌਂਸ ਸੀ ਕੋਵਿਡ ਨੂੰ ਟੈਕਲ ਕਰਨ ਦਾ, ਉਹ ਤੋਂ ਪ੍ਰਭਾਵ ਹੋ ਕੇ ਕਾਫੀ ਲੋਕਾਂ ਦਾ ਰਿਸਪੌਂਸ ਚੰਗਾ ਆਇਆ। ਬਹੁਤ ਬਹੁਤ ਧੰਨਵਾਦ ਤੁਹਾਡਾ ਹੁੰਦਲ ਸਾਹਿਬ, ਤੁਸੀਂ ਆਏ, ਸਾਨੂੰ ਕਾਫੀ ਸਾਰੀਆਂ ਗੱਲਾਂ ਬਾਤਾਂ ਦੱਸੀਆਂ ਨੇ ਕਿ ਕਿਸ ਤਰ੍ਹਾਂ ਦੀ ਸਟਰਗਲ ਆਪਾਂ ਇੱਥੇ ਵੀ ਲਗਾਤਾਰ ਜਾਰੀ ਰੱਖੀ ਹੋਈ ਆ, ਜਿਹੜੀ ਆਪਾਂ ਆਪਣੇ ਵੱਡਿਆਂ ਕੋਲੋਂ ਪਿੱਛੋਂ ਸਿੱਖ ਕੇ ਆਏ ਸੀਗੇ। ਸੋ ਇਹ ਸਾਡਾ ਪ੍ਰੋਗਰਾਮ ਜੀ ਹਫਤੇ 'ਚ ਘੱਟੋ ਘੱਟ ਇੱਕ ਵਾਰ ਅਸੀਂ ਇਹ ਕਰਿਆ ਕਰਾਂਗੇ, ਘਰ ਆਏ ਮਹਿਮਾਨ। ਤੇ ਅੱਜ ਸਾਡੇ ਮਹਿਮਾਨ ਸਨ ਜੀ ਹਰਿੰਦਰ ਹੁੰਦਲ ਜੀ। ਇਹਨਾਂ ਕੋਲੋਂ ਅਸੀਂ ਇਹਨਾਂ ਦੇ ਜੀਵਨ ਬਾਰੇ ਤੇ ਸਮਾਜਿਕ ਸਰੋਕਾਰਾਂ ਬਾਰੇ ਕਾਫੀ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ। ਆਸ ਹੈ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਜਿਹੜਾ ਨਵੀਂ ਸੈਗਮੈਂਟ ਹੈ ਇਹ ਜ਼ਰੂਰ ਪਸੰਦ ਆਵੇਗੀ। ਤੁਹਾਡਾ ਸਾਡੇ ਨਾਲ ਜੁੜਨ ਦੀ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ।